ਜਲੰਧਰ ਦੀ ਧੀ ਜਸਮੀਤ ਕੌਰ ਨੇ ਆਪਣੇ ਮਾਪਿਓ ਦਾ ਨਾਮ ਰੌਸ਼ਨ ਕੀਤਾ ਹੈ। ਬੇहद ਸਧਾਰਨ ਪਰਿਵਾਰ ਚੋਂ ਉੱਠ ਕੇ ਜਸਮੀਤ ਕੌਰ ਨੇ ਜੱਜ ਦਾ ਪੇਪਰ ਕਲੀਅਰ ਕੀਤਾ ਹੈ। मेरी शुरू तो मतलब ये आदत रही है कि मैं जिस काम ਦੇ ਵਿੱਚ ਵੀ ਆਪਣੇ ਐਫਰਟਸ ਲਗਾਉਂਦੀ ਹਾਂ ਤਾਂ ਮੈਂ ਆਪਣਾ 100% ਦਿੰਦੀ ਹਾਂ। ਤਾਂ ਆਪਣੇ ਉੱਤੇ ਮੈਨੂੰ ਵਿਸ਼ਵਾਸ ਸੀਗਾ, ਪਰ ਇੱਕ ਪਰਮਾਤਮਾ ਦੇ ਉੱਤੇ ਵੀ ਬਹੁਤ ਭਰੋਸਾ ਸੀਗਾ। ਤਾਂ ਜਦੋਂ ਮੈਂ ਮਿਹਨਤ ਕੀਤੀ, ਮੈਂ ਆਪਣੇ ਵੱਲੋਂ ਕੋਈ ਜ਼ੋਰ ਨਹੀਂ ਛੱਡਿਆ ਕਿ ਤਾਂ ਕਿ ਬਾਅਦ ਦੇ ਵਿੱਚ ਮੈਨੂੰ ਕੋਈ ਪਛਤਾਵਾ ਨਾ ਹੋਵੇ ਕਿ ਸ਼ਾਇਦ ਮੈਂ ਥੋੜੀ ਹੋਰ ਮਿਹਨਤ ਕਰ ਲੈਂਦੀ। ਤਾਂ ਪਰ ਮੈਨੂੰ ਮਤਲਬ ਡਰ ਵੀ ਸੀਗਾ ਕਿ ਪਹਿਲੀ ਵਾਰ 'ਚ ਪੇਪਰ ਕੱਢਣਾ ਬਹੁਤ ਔਖਾ ਹੈ। ਤਾਂ ਕਾਲਜ ਟਾਈਮ ਤੋਂ ਹੀ ਮੈਂ ਫਸਟ ਈਅਰ ਤੋਂ ਹੀ ਨਾਲ ਲੱਗੀ ਰਹੀ। ਬਾਅਦ ਦੇ ਵਿੱਚ ਵੀ ਕਰੋਨਾ ਦਾ ਟਾਈਮ ਆਇਆ, ਮੈਨੂੰ ਥੋੜਾ ਜ਼ਿਆਦਾ ਟਾਈਮ ਮਿਲ ਗਿਆ ਪੜ੍ਹਨ ਦਾ। ਪਰ ਜਦੋਂ ਮੈਂ ਐਗਜ਼ਾਮ ਦਿੱਤਾ ਪ੍ਰੀਲਿਮਸ ਮੀਨਸ, ਉਦੋਂ ਮੈਨੂੰ ਖੁਦ 'ਤੇ ਥੋੜਾ ਕੌਨਫੀਡੈਂਸ ਸੀਗਾ। ਮੈਂ ਪਾਪਾ ਨੂੰ ਕਿਹਾ ਸੀ ਕਿ ਪਾਪਾ ਪੇਪਰ ਮੇਰੇ ਅੱਛੇ ਹੋਏ ਹੈ ਤਾਂ ਮੇਰਾ ਕਲੀਅਰ ਹੋ ਜਾਏਗਾ, ਉੱਥੋਂ ਮੈਨੂੰ ਲੱਗਦਾ ਸੀਗਾ। ਤਾਂ ਫਾਈਨਲੀ ਜਦੋਂ ਰਿਜ਼ਲਟ ਆਇਆ ਤਾਂ ਮੈਂ ਦੇਖਿਆ ਕਿ ਜੋ ਸੁਪਨਾ ਮੈਂ ਦੇਖਿਆ ਸੀ ਉਹ ਸਾਕਾਰ ਹੋ ਗਿਆ। ਤਾਂ ਕੁਝ ਇਹ ਵੀ ਸੀਗਾ ਕਿ ਮੈਂ ਇੰਨੇ ਸਾਲਾਂ ਤੋਂ ਪੜ੍ਹ ਹੀ ਰਹੀ ਹਾਂ, ਸਿਰਫ ਪੜ੍ਹ ਰਹੀ ਹਾਂ। ਮੇਰੇ ਨਾਲ ਦੇ ਸੈਟਲਡ ਹੋ ਗਏ ਨੇ, ਕੋਈ PR ਹੋ ਗਿਆ, ਕੋਈ ਅੱਛੀ ਕੰਪਨੀ 'ਚ ਅਰਨ ਕਰ ਰਿਹਾ, ਤਾਂ ਮੈਂ ਕਿਉਂ ਨਹੀਂ ਅਰਨਿੰਗ ਕਰ ਰਹੀ। ਮੇਰੇ ਮਤਲਬ ਸਾਰੇ ਫਰੈਂਡਸ ਅੱਜ ਵੀ ਕਹਿੰਦੇ ਆ ਵੀ ਤੂੰ ਕਿਸੇ ਪਾਸੇ ਧਿਆਨ ਹੀ ਨਹੀਂ ਦਿੱਤਾ ਪੜ੍ਹਾਈ ਤੋਂ ਇਲਾਵਾ, ਕਿਉਂਕਿ ਮੇਰੇ ਅੰਦਰ ਹਮੇਸ਼ਾ ਉਹ ਚਿੰਗਾਰੀ ਸੀ ਕਿ ਮੈਂ ਆਪਣੇ ਮਾਪਿਆਂ ਦੇ ਵਿਸ਼ਵਾਸ ਨੂੰ ਟੁੱਟਣ ਨਹੀਂ ਦੇਣਾ। ਫਾਦਰ ਸਾਹਿਬ ਨੇ ਕਰਜ਼ਾ ਚੁੱਕ ਕੇ ਪੜ੍ਹਾਈ ਕਰਵਾਈ ਕਿ ਜਾਂ ਕਿਸ ਤਰੀਕੇ ਨਾਲ ਪੈਸੇ ਲੈਂਦੇ ਰਹੇ? ਪੜ੍ਹਾਈ ਜਿਹੜੀ ਮੇਰੀ ਹੈ ਉਹ ਤਾਂ ਚਲੋ ਮਤਲਬ ਕਿਸੇ ਦੀ ਹੈਲਪ ਦੇ ਥਰੂ ਹੋ ਗਈ, 5 ਸਾਲ ਜਾਂ ਕੋਚਿੰਗ ਵੀ ਮੇਰੀ ਹੋ ਗਈ। ਫਿਰ ਚੰਡੀਗੜ੍ਹ ਰਹਿਣ ਦਾ ਜਿਹੜਾ ਖਰਚਾ ਥੋੜ੍ਹਾ ਅਫੋਰਡ ਕਰਨਾ ਪੈਂਦਾ ਸੀ, ਉਹਦੇ ਲਈ ਪਾਪਾ ਨੂੰ ਭੇਜਣੇ, ਕਿਸੇ ਕੋਲ ਫੜ ਕੇ ਭੇਜਣੇ, ਜਾਂ ਹੋਰ ਘਰ ਲਈ ਵੀ ਕਦੀ ਮੁਸ਼ਕਿਲਾਂ ਆ ਜਾਣੀਆਂ ਵੀ ਪਾਪਾ ਦਾ ਇੰਨਾ ਕੰਮ ਨਾ ਚੱਲਣਾ, ਪੜ੍ਹਨੇ ਪੈਣੇ। ਮਤਲਬ ਬਹੁਤ ਇਹੋ ਜਿਹੇ ਕੰਮ ਹੁੰਦੇ ਸੀਗੇ ਜਿਹਦੇ ਕਰਕੇ ਪਾਪਾ ਨੂੰ ਲੋੜ ਪੈਂਦੀ ਸੀ ਕਿ ਕਦੀ ਪੜ੍ਹਨੇ ਪੈ ਜਾਂਦੇ ਸੀ। ਲੋਕਾਂ ਦੀਆਂ ਗੱਲਾਂ ਵੀ ਸੁਣਨੀਆਂ ਪੈਂਦੀਆਂ ਸੀਗੀਆਂ। ਮਨ ਤੇ ਕਈਆਂ ਨਹੀਂ ਸਦਾ ਕੋਈ ਪਤਾ ਲੱਗਾ ਸੀਗਾ, ਮੂੰਹ ਤੇ ਤਾਂ ਕੋਈ ਨਹੀਂ ਕਹਿੰਦਾ ਹੁੰਦਾ। ਆ ਕੇ ਜਿਨ੍ਹਾਂ ਨਾਲ ਗੱਲਾਂ ਕਰਨੀਆਂ ਉਹੀ ਦੱਸਦਾ ਸੀ, ਕਹਿੰਦੇ ਇਹਦਾ ਤਾਂ ਦਿਮਾਗ ਹਿੱਲ ਗਿਆ ਲੱਗਦਾ ਹੈ, ਲਓ ਵੀ ਜੱਜ ਬਣਨਾ ਕਿਤੇ ਬੱਚਿਆਂ ਦਾ ਕੰਮ ਆ, ਕਿਤੇ ਖੇਲ ਆ। ਕਹਿੰਦੇ ਇਹਨੇ ਕੁੜੀ ਵੀ ਪਾਗਲ ਕਰ ਦੇਣੀ, ਆਪ ਤਾਂ ਲੱਗਦਾ ਪਾਗਲ ਹੋ ਗਿਆ ਹੈ। ਪੈਸੇ ਫੜ ਕੇ ਕਹਿੰਦੇ ਕਦੀ 20,000 ਕਿਸੇ ਕੋ ਪੜਦਾ ਹੈ, 10,000 ਕਿਸੇ ਕੋ ਪੜਦਾ ਹੈ, ਇੱਕ ਵਿਆਜ ਵੀ ਨਹੀਂ ਪੁੱਛਦਾ, 2% 4%। ਤੇ ਕਹਿੰਦੇ ਵੀ ਇਹਦਾ ਦੁਬਾਰਾ ਨਿਕਲਿਆ ਕਿ ਨਿਕਲਿਆ, ਲੈ ਵੀ ਇਹ ਤਾਂ ਨਹੀਂ ਬਚਦਾ ਹੁਣ। ਜਦੋਂ ਜਿਵੇਂ ਤੁਹਾਡੇ ਫਾਦਰ ਸਾਹਿਬ ਨੇ ਦੱਸਿਆ ਵੀ ਲੋਕ ਗੱਲਾਂ ਬਹੁਤ ਕਰਦੇ ਸੀਗੇ ਵੀ ਆਹ ਪਾਗਲ ਹੈ, ਕੁੜੀ ਨੂੰ ਪਾਗਲ ਕਰ ਦਊਗਾ, ਜਦੋਂ ਤੁਹਾਡੇ ਕੰਨਾਂ ਤੱਕ ਇਹੋ ਜਿਹੀਆਂ ਗੱਲਾਂ ਆਉਂਦੀਆਂ ਸੀ, ਕੀ ਚੱਲਦਾ ਸੀ ਮਨ 'ਚ? ਕਿਉਂਕਿ ਸਟਰਗਲ ਬੜਾ ਲੰਬਾ ਹੁੰਦਾ ਇਹ ਵਾਲਾ। ਮੈਂ ਨਾ ਮਤਲਬ ਬਚਪਨ 'ਚ ਇੱਕ ਕਹਾਣੀ ਸੁਣੀ ਸੀ ਕਿ ਕੋਈ ਮਤਲਬ ਪੰਛੀ ਸੀਗਾ, ਉਹ ਉੱਡਣਾ ਚਾਹੁੰਦਾ ਸੀ ਪਰ ਉੱਡ ਨਹੀਂ ਪਾ ਰਿਹਾ ਸੀ। ਤੇ ਲੋਕੀ ਉਹਨੂੰ ਡੀਮੋਟੀਵੇਟ ਕਰ ਰਹੇ ਸੀ ਪਰ ਉਹਨੂੰ ਸੁਣਦਾ ਨਹੀਂ ਸੀ, ਤੇ ਉਹਨੂੰ ਲੱਗਦਾ ਸੀ ਕਿ ਸਾਰੇ ਮੈਨੂੰ ਇਨਕਰੇਜ ਕਰ ਰਹੇ ਨੇ। ਤਾਂ ਬਸ ਜਦੋਂ ਇੱਦਾਂ ਦੀਆਂ ਗੱਲਾਂ ਮੇਰੇ ਕੰਨ 'ਚ ਪੈਂਦੀਆਂ ਸੀ ਤਾਂ ਮੈਂ ਬਿਲਕੁਲ ਹੀ ਬੋਲੀ ਹੋ ਜਾਂਦੀ ਸੀ ਕਿ ਮੈਨੂੰ ਨਹੀਂ ਸੁਣਦਾ ਕੁਝ, ਪਾਪਾ ਜਿਹੜੇ ਬੋਲਣ ਦਿਓ, ਕਿ ਮੈਨੂੰ ਪਤਾ ਮੈਂ ਕਰਨਾ ਹੈ ਤੇ ਮੈਨੂੰ ਆਪਣੇ 'ਤੇ ਭਰੋਸਾ ਵੀ ਹੈ ਕਿ ਮੈਂ ਕਰ ਲਾਂਗੀ, ਪਰਮਾਤਮਾ 'ਤੇ ਭਰੋਸਾ ਹੈ ਤਾਂ ਮੈਂ ਕਰਕੇ ਦਿਖਾਵਾਂਗੀ ਤੇ ਇਹਨਾਂ ਲੋਕਾਂ ਨੂੰ ਉਸ ਦਿਨ ਆਪੇ ਹੀ ਜਵਾਬ ਮਿਲ। ਮੈਂ ਕਦੇ ਮਤਲਬ ਪੜ੍ਹਾਈ ਜਾਂ ਮਿਹਨਤ ਉਹ ਨਹੀਂ ਛੱਡਦੀ। ਮਤਲਬ ਚਾਹੇ ਘਰ ਵਿੱਚ ਇੱਦਾਂ ਲੱਗਦਾ ਸੀਗਾ ਕਿ ਮਤਲਬ ਜੋ ਵੀ ਸਿਚੁਏਸ਼ਨ ਹੈ ਵੀ ਮਤਲਬ ਰਾਸ਼ਨ ਕਿੱਥੋਂ ਆਉਣਾ ਹੈ, ਇੱਦਾਂ ਦੇ ਹਾਲਾਤ ਵੀ ਰਹੇ ਹੈ, ਪਰ ਮੈਂ ਉਹਨਾਂ ਸਮਿਆਂ ਵਿੱਚ ਵੀ ਹਿੰਮਤ ਨਹੀਂ ਹਾਰੀ। ਰਹੀ ਗੱਲ ਗੁਜ਼ਾਰੇ ਦੀ, ਬਹੁਤ ਔਖਾ ਗੁਜ਼ਾਰਾ ਵੀ ਕੀਤਾ ਵੀ, ਥੋੜ੍ਹੀ ਸਬਜ਼ੀ ਬਣਾ ਕੇ 3 ਟਾਈਮ ਕੱਢਣਾ ਜਾਂ ਥੋੜ੍ਹੇ ਪੈਸਿਆਂ ਦੇ ਵਿੱਚ ਗੁਜ਼ਾਰਾ ਕਰਨਾ, ਜਿੱਥੋਂ ਹੋ ਸਕੇ ਉੱਥੋਂ ਬਚਾਉਣਾ, ਘਰਦਿਆਂ ਨੂੰ ਤੰਗ ਨਾ ਕਰਨਾ। ਤਾਂ ਮਤਲਬ ਉਹ ਹਾਲਾਤਾਂ ਵਿੱਚ ਰਹੀਆਂ। ਕਈ ਵਾਰ ਉੱਥੇ ਇਕੱਲੇ ਵੀ ਰੋਣਾ, ਕਿਉਂਕਿ ਇਕੱਲੀ ਹੁੰਦੀ ਸੀ, ਪਰ ਕਿਸੇ ਨਾਲ ਸ਼ੇਅਰ ਨਹੀਂ ਕਰਨਾ ਕਿ ਘਰ ਦੇ ਟੈਨਸ਼ਨ ਲੈਣ ਦੀ, ਕਿ ਮਾਂ ਪਿਓ ਲਈ ਕੁਝ ਕਰਨਾ ਸਭ ਤੋਂ ਮੇਰੀ ਜਿਹੜੀ ਇਹ ਪਹਿਲ ਹੋਏਗੀ। ਕੁੜੀਆਂ ਦੀ ਏਜ ਕੀ ਹੁੰਦੀ 22-23 ਸਾਲ, ਅੱਛਾ ਪਾਣਾ, ਘੁੰਮਣਾ। ਤਾਂ ਉਹ ਟਾਈਮ ਦੇ ਵਿੱਚ ਜਦੋਂ ਕੁੜੀਆਂ ਬਾਹਰ ਐਸ਼ਾ ਕਰਦੀਆਂ, ਮੈਂ ਇੱਕ ਕਮਰੇ 'ਚ ਬੰਦ ਕਰਕੇ ਆਪਣੇ ਆਪ ਨੂੰ ਪੜ੍ਹੀ ਹਾਂ। ਤਾਂ ਹੁਣ ਜਿਵੇਂ ਮੇਰੇ ਵਿੱਚ ਮੈਨੂੰ ਖੁਦ ਨੂੰ ਲੱਗਦਾ ਕਿ ਇੰਨੀ ਮੈਚਿਓਰਿਟੀ ਆ ਗਈ ਹੈ ਕਿ ਉਹਨਾਂ ਦਾ ਹੁਣ ਕੋਈ ਮਕਸਦ ਹੀ ਨਹੀਂ ਰਹਿ ਗਿਆ। ਹੁਣ ਤਾਂ ਮੇਰੇ ਆਪਣੇ ਅੰਦਰ ਇਹ ਚੀਜ਼ ਰਹਿ ਗਈ ਹੈ ਕਿ ਮੈਂ ਮਤਲਬ ਜਿਨ੍ਹਾਂ ਹਾਲਾਤਾਂ ਵਿੱਚ ਮੈਂ ਪੜ੍ਹੀ ਹੈ, ਕੋਈ ਹੋਰ ਬੱਚਾ ਅਗਰ ਮੈਨੂੰ ਮਿਲੇ, ਮੈਂ ਕਿਸੇ ਦੀ ਹੈਲਪ ਕਰ ਸਕਾਂ ਕਿ ਜਿਵੇਂ ਮੈਂ ਇਸ ਮੁਕਾਮ ਤੱਕ ਪਹੁੰਚੀ ਹਾਂ ਇਵੇਂ ਕੋਈ ਹੋਰ ਵੀ ਪਹੁੰਚ ਸਕੇ। ਬਸ ਮੇਰਾ ਮਤਲਬ ਇਹੀ ਸੁਪਨਾ ਜਿਹੜਾ ਮੈਂ ਪੂਰਾ ਕਰਨਾ ਚਾਹਾਂਗੀ, ਗਰੀਬਾਂ ਦਾ ਸਹਾਰਾ ਬਣ ਸਕਾਂ। ਜਲੰਧਰ ਦੀ ਧੀ ਜਸਮੀਤ ਕੌਰ ਨੇ ਆਪਣੇ ਮਾਪਿਓ ਦਾ ਨਾਮ ਰੌਸ਼ਨ ਕੀਤਾ ਹੈ। ਬੇहद ਸਧਾਰਨ ਪਰਿਵਾਰ ਚੋਂ ਉੱਠ ਕੇ ਜਸਮੀਤ ਕੌਰ ਨੇ ਜੱਜ ਦਾ ਪੇਪਰ ਕਲੀਅਰ ਕੀਤਾ ਹੈ। ਉਹ ਜੱਜ ਬਣ ਚੁੱਕੇ ਨੇ। ਮੇਰੇ ਨਾਲ ਹੈ ਸਾਰਾ ਪਰਿਵਾਰ, ਕਿਉਂਕਿ ਮਾਪਿਓ ਦੀ ਬੜੀ ਹੱਲਾਸ਼ੇਰੀ ਹੁੰਦੀ ਹੈ। ਭਾਵੇਂ ਜੇਬ ਦੇ ਵਿੱਚ ਪੈਸੇ ਨਾ ਹੋਣ, ਘਰ ਦੇ ਹਾਲਾਤ ਨਾ ਠੀਕ ਹੋਣ, ਪਰ ਹਿੰਮਤ ਮਾਪਿਓ ਦੇ ਵੱਲੋਂ ਦਿੱਤੀ ਜਾਂਦੀ ਹੈ। ਤਾਂ ਬੱਚੇ ਨੇ ਮਿਹਨਤ ਕੀਤੀ ਤਾਂ ਅੱਜ ਪ੍ਰਮਾਤਮਾ ਨੇ ਮਿਹਰ ਕੀਤੀ ਹੈ। ਜਸਮੀਤ ਕੌਰ ਮੇਰੇ ਨਾਲ ਨੇ, ਉਹਨਾਂ ਦੇ ਪਿਤਾ ਜੀ ਨੇ, ਮਾਤਾ ਜੀ ਨੇ। ਕਹਿੰਦੇ ਕਿ ਸਾਡੀ ਹੈਸੀਅਤ ਨਹੀਂ ਸੀਗੀ ਇੰਨੀ, ਪਰ ਫਿਰ ਵੀ ਅਸੀਂ ਕੋਸ਼ਿਸ਼ ਕੀਤੀ ਤੇ ਲੜਕੀ ਨੇ ਮਿਹਨਤ ਕੀਤੀ ਤੇ ਅੱਜ ਇਸ ਮੁਕਾਮ ਦੇ ਉੱਪਰ ਪਹੁੰਚੇ ਨੇ। ਜਸਮੀਤ, ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ, ਸਮਾਂ ਦੇਣ ਦੇ ਲਈ ਧੰਨਵਾਦ। ਤਾਂ ਜਦੋਂ ਇਹ ਸੁਪਨਾ ਦੇਖਿਆ, ਲੱਗਦਾ ਸੀ ਕਿ ਸੱਚ ਹੋ ਜਾਊਗਾ ਤੇ ਇੰਨੀ ਜਲਦੀ ਹੋ ਜਾਊਗਾ?
ਮੇਰੀ ਸ਼ੁਰੂ ਤੋਂ ਮਤਲਬ ਇਹ ਆਦਤ ਰਹੀ ਹੈ ਕਿ ਮੈਂ ਜਿਸ ਕੰਮ ਦੇ ਵਿੱਚ ਵੀ ਆਪਣੇ ਐਫਰਟਸ ਲਗਾਉਂਦੀ ਹਾਂ ਤਾਂ ਮੈਂ ਆਪਣਾ 100% ਦਿੰਦੀ ਹਾਂ। ਤਾਂ ਆਪਣੇ ਉੱਤੇ ਮੈਨੂੰ ਵਿਸ਼ਵਾਸ ਸੀਗਾ, ਪਰ ਇੱਕ ਪਰਮਾਤਮਾ ਦੇ ਉੱਤੇ ਵੀ ਬਹੁਤ ਭਰੋਸਾ ਸੀਗਾ। ਤਾਂ ਜਦੋਂ ਮੈਂ ਮਿਹਨਤ ਕੀਤੀ, ਮੈਂ ਆਪਣੇ ਵੱਲੋਂ ਕੋਈ ਜ਼ੋਰ ਨਹੀਂ ਛੱਡਿਆ ਕਿ ਤਾਂ ਕਿ ਬਾਅਦ ਦੇ ਵਿੱਚ ਮੈਨੂੰ ਕੋਈ ਪਛਤਾਵਾ ਨਾ ਹੋਵੇ ਕਿ ਸ਼ਾਇਦ ਮੈਂ ਥੋੜੀ ਹੋਰ ਮਿਹਨਤ ਕਰ ਲੈਂਦੀ। ਤਾਂ ਪਰ ਮੈਨੂੰ ਮਤਲਬ ਡਰ ਵੀ ਸੀਗਾ ਕਿ ਪਹਿਲੀ ਵਾਰ 'ਚ ਪੇਪਰ ਕੱਢਣਾ ਬਹੁਤ ਔਖਾ ਹੈ। ਤਾਂ ਕਾਲਜ ਟਾਈਮ ਤੋਂ ਹੀ ਮੈਂ ਫਸਟ ਈਅਰ ਤੋਂ ਹੀ ਨਾਲ ਲੱਗੀ ਰਹੀ। ਬਾਅਦ ਦੇ ਵਿੱਚ ਵੀ ਕਰੋਨਾ ਦਾ ਟਾਈਮ ਆਇਆ, ਮੈਨੂੰ ਥੋੜਾ ਜ਼ਿਆਦਾ ਟਾਈਮ ਮਿਲ ਗਿਆ ਪੜ੍ਹਨ ਦਾ। ਪਰ ਜਦੋਂ ਮੈਂ ਐਗਜ਼ਾਮ ਦਿੱਤਾ ਪ੍ਰੀਲਿਮਸ ਮੀਨਸ, ਉਦੋਂ ਮੈਨੂੰ ਖੁਦ ਤੇ ਥੋੜਾ ਕੌਨਫੀਡੈਂਸ ਸੀਗਾ। ਮੈਂ ਪਾਪਾ ਨੂੰ ਕਿਹਾ ਸੀ ਕਿ ਪਾਪਾ ਪੇਪਰ ਮੇਰੇ ਅੱਛੇ ਹੋਏ ਹੈ ਤਾਂ ਮੇਰਾ ਕਲੀਅਰ ਹੋ ਜਾਏਗਾ, ਉੱਥੋਂ ਮੈਨੂੰ ਲੱਗਦਾ ਸੀਗਾ। ਤਾਂ ਫਾਈਨਲੀ ਜਦੋਂ ਰਿਜ਼ਲਟ ਆਇਆ ਤਾਂ ਮੈਂ ਦੇਖਿਆ ਕਿ ਜੋ ਸੁਪਨਾ ਮੈਂ ਦੇਖਿਆ ਸੀ ਉਹ ਸਾਕਾਰ ਹੋ ਗਿਆ। ਜਿਵੇਂ ਤੁਹਾਡੇ ਫਾਦਰ ਸਾਹਿਬ ਦੱਸ ਰਹੇ ਸੀਗੇ ਕਿ ਅਸੀਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਪਹਿਲੀ ਵਾਰੀ 'ਚ ਸਭ ਕੁਝ ਕਲੀਅਰ ਕਰਨਾ ਹੈ, ਤਾਂ ਡਰ ਨਹੀਂ ਸੀਗਾ ਮਨ 'ਚ ਕਿ ਪਾਪਾ ਨੇ ਵੀ ਇੱਧਰੋਂ ਜ਼ੋਰ ਦੇ ਦਿੱਤਾ ਕਿ ਪਹਿਲੀ ਵਾਰੀ 'ਚ ਹੀ ਕਰਨਾ, ਤੇ ਪਹਿਲੀ ਵਾਰੀ 'ਚ ਵੀ ਚਲੋ ਹੋ ਗਿਆ, ਤਾਂ ਕੀ ਮਨ 'ਚ ਸੀਗਾ ਕਿ ਪਹਿਲੀ ਵਾਰੀ 'ਚ ਹੀ ਕੱਢਣਾ ਪੇਪਰ? ਪ੍ਰੈਸ਼ਰ ਤਾਂ ਮਤਲਬ ਮੈਂ ਅਗਰ ਕਹਾਂ ਤਾਂ ਬਹੁਤ ਸੀਗਾ, ਉਹਨੂੰ ਮੈਂ ਬਿਆਨ ਹੀ ਨਹੀਂ ਕਰ ਸਕਦੀ ਹੁਣ। ਅਗਰ ਪਾਪਾ ਨਾ ਵੀ ਕਹਿਣ, ਅਗਰ ਪਾਪਾ ਇਹ ਵੀ ਕਹਿ ਦੇਣ ਕਿ ਚੱਲ ਕੋਈ ਗੱਲ ਨਹੀਂ ਪੁੱਤਰ, ਨਹੀਂ ਵੀ ਹੋਇਆ ਤਾਂ ਫਿਰ ਕੀ ਹੋਇਆ, ਪਰ ਮੇਰੇ ਅੰਦਰ ਟੈਨਸ਼ਨ ਸੀ ਕਿ ਹਾਏ ਪਾਪਾ ਨੇ ਲੋਕਾਂ ਦੇ ਪੈਸੇ ਦੇਣੇ ਆ, ਲੋਕ ਆ ਕੇ ਸੁਣਾਉਣਗੇ। ਤਾਂ ਮਾਈਂਡ ਵਿੱਚ ਇਹ ਟੈਨਸ਼ਨਾਂ ਜਿਹੜੀਆਂ ਸੀ ਮੈਨੂੰ ਆਪਣੇ ਆਪ ਪੈਂਦੀਆਂ ਗਈਆਂ। ਤਾਂ ਕੁਝ ਇਹ ਵੀ ਸੀਗਾ ਕਿ ਮੈਂ ਇੰਨੇ ਸਾਲਾਂ ਤੋਂ ਪੜ੍ਹ ਹੀ ਰਹੀ ਹਾਂ, ਸਿਰਫ ਪੜ੍ਹ ਰਹੀ ਹਾਂ, ਮੇਰੇ ਨਾਲ ਦੇ ਸੈਟਲਡ ਹੋ ਗਏ ਨੇ, ਕੋਈ PR ਹੋ ਗਿਆ, ਕੋਈ ਅੱਛੀ ਕੰਪਨੀ 'ਚ ਅਰਨ ਕਰ ਰਿਹਾ, ਤਾਂ ਮੈਂ ਕਿਉਂ ਨਹੀਂ ਅਰਨਿੰਗ ਕਰ ਰਹੀ। ਤਾਂ ਇਹ ਵੀ ਜਿਹੜੀਆਂ ਚੀਜ਼ਾਂ ਸੀਗੀਆਂ ਇਹ ਮੇਰੇ ਅੰਦਰ ਸੀਗੀਆਂ ਹਮੇਸ਼ਾ, ਜਿਹਦੇ ਕਰਕੇ ਮੈਨੂੰ ਸੀਗਾ ਕਿ ਪਹਿਲੀ ਵਾਰ 'ਚ ਪੇਪਰ ਕੱਢਣਾ ਹੈ। ਡਰ ਤਾਂ ਹਮੇਸ਼ਾ ਰਹਿੰਦਾ ਹੀ ਸੀ। ਤੁਸੀਂ ਦੱਸਿਆ ਜਿਵੇਂ ਕਿ ਪੈਸੇ ਜਿਹੜੇ ਆ ਉਹ ਮੋੜਨੇ ਆ ਵਾਪਸ, ਫਿਰ ਫਾਦਰ ਸਾਹਿਬ ਨੇ ਕਰਜ਼ਾ ਚੁੱਕ ਕੇ ਪੜ੍ਹਾਈ ਕਰਵਾਈ ਕਿ ਜਾਂ ਕਿਸ ਤਰੀਕੇ ਨਾਲ ਪੈਸੇ ਲੈਂਦੇ ਰਹੇ ਨੇ? ਪੜ੍ਹਾਈ ਜਿਹੜੀ ਮੇਰੀ ਹੈ ਉਹ ਤਾਂ ਚਲੋ ਮਤਲਬ ਕਿਸੇ ਦੀ ਹੈਲਪ ਦੇ ਥਰੂ ਹੋ ਗਈ 5 ਸਾਲ, ਜਾਂ ਕੋਚਿੰਗ ਵੀ ਮੇਰੀ ਹੋ ਗਈ। ਫਿਰ ਚੰਡੀਗੜ੍ਹ ਰਹਿਣ ਦਾ ਜਿਹੜਾ ਖਰਚਾ ਥੋੜਾ ਅਫੋਰਡ ਕਰਨਾ ਪੈਂਦਾ ਸੀ, ਉਹਦੇ ਲਈ ਪਾਪਾ ਨੂੰ ਭੇਜਣੇ, ਕਿਸੇ ਕੋ ਫੜ ਕੇ ਭੇਜਣੇ, ਜਾਂ ਹੋਰ ਘਰ ਲਈ ਵੀ ਕਦੀ ਮੁਸ਼ਕਿਲਾਂ ਆ ਜਾਣੀਆਂ ਵੀ ਪਾਪਾ ਦਾ ਇੰਨਾ ਕੰਮ ਨਾ ਚੱਲਣਾ, ਫੜਨੇ ਪੈਣੇ। ਮਤਲਬ ਬਹੁਤ ਇਹੋ ਜਿਹੇ ਕੰਮ ਹੁੰਦੇ ਸੀਗੇ ਜਿਹਦੇ ਕਰਕੇ ਪਾਪਾ ਨੂੰ ਲੋੜ ਪੈਂਦੀ ਸੀ ਕਿ ਕਦੀ ਕਦੀ ਫੜਨੇ ਪੈ ਜਾਂਦੇ ਸੀ। ਤੁਹਾਡੇ ਫਾਦਰ ਸਾਹਿਬ ਨੂੰ ਤੁਹਾਡੇ ਤੇ ਵਿਸ਼ਵਾਸ ਸੀਗਾ, ਭਾਵੇਂ ਉਹ ਪੈਸੇ ਫੜਦੇ ਸੀਗੇ ਜਾਂ ਮਿਹਨਤ ਕਰਦੇ ਸੀ, ਤੁਹਾਡੇ ਤੇ ਵਿਸ਼ਵਾਸ ਸੀ, ਤੁਸੀਂ ਵਿਸ਼ਵਾਸ ਨੂੰ ਬੂਰ ਪਾਇਆ। ਫਿਰ ਬਿਲਕੁਲ ਮੈਨੂੰ ਮਤਲਬ ਸ਼ੁਰੂ ਤੋਂ ਨਾ ਇੱਕ ਇਹ ਰਿਹਾ ਹੈ ਕਿ ਅਗਰ ਮੇਰੇ ਮਾਪਿਓ ਨੇ ਮੇਰੇ ਤੇ ਭਰੋਸਾ ਕੀਤਾ ਨਾ ਤਾਂ ਮੈਂ ਉਹਨੂੰ ਕਦੀ ਟੁੱਟਣ ਨਹੀਂ ਦੇਣਾ। ਕਾਲਜ ਵੀ ਮੈਂ 5 ਸਾਲ ਜਾਂਦੀ ਰਹੀ ਹਾਂ ਕਿ ਮੇਰੇ ਮਤਲਬ ਸਾਰੇ ਫਰੈਂਡਸ ਅੱਜ ਵੀ ਕਹਿੰਦੇ ਆ ਵੀ ਤੂੰ ਕਿਸੇ ਪਾਸੇ ਧਿਆਨ ਹੀ ਨਹੀਂ ਦਿੱਤਾ ਪੜ੍ਹਾਈ ਤੋਂ ਇਲਾਵਾ, ਕਿਉਂਕਿ ਮੇਰੇ ਅੰਦਰ ਹਮੇਸ਼ਾ ਉਹ ਚਿੰਗਾਰੀ ਸੀ ਕਿ ਮੈਂ ਆਪਣੇ ਮਾਪਿਓ ਦੇ ਵਿਸ਼ਵਾਸ ਨੂੰ ਟੁੱਟਣ ਨਹੀਂ ਦੇਣਾ। ਤਾਂ ਬਸ ਉਹਦੇ ਕਰਕੇ ਹੀ, ਉਹਦੀ ਬਦੌਲਤ ਹੀ ਹੈ ਕਿ ਅੱਜ ਜੋ ਮੈਂ ਇੱਥੇ ਬੈਠੀ ਹਾਂ। ਤੁਹਾਡੀ ਜ਼ਿੰਦਗੀ ਦੇ ਵਿੱਚ, ਵੈਸੇ ਤਾਂ ਹਰ ਇੱਕ ਜ਼ਿੰਦਗੀ ਦੇ ਵਿੱਚ ਮਾਪਿਓ ਦਾ ਬਹੁਤ ਵੱਡਾ ਰੋਲ ਹੁੰਦਾ, ਪਰ ਫਾਦਰ ਸਾਹਿਬ ਜਸਮੀਤ ਕੌਰ ਦੇ ਨਾਲ ਨੇ, ਗੱਲਬਾਤ ਕਰਦੇ ਆ। ਤੁਸੀਂ ਕੀ ਸੋਚ ਕੇ ਕਿਹਾ ਸੀ ਜਸਮੀਤ ਨੂੰ ਕਿ ਪਹਿਲੀ ਵਾਰ 'ਚ ਕਲੀਅਰ ਕਰਨਾ ਹੈ, ਦੂਜੀ ਵਾਰ ਜੋਗਾ ਮੇਰੇ 'ਚ ਹਿੰਮਤ ਹੈ ਨਹੀਂ ਗੀ? ਬਸ ਹਾਲਾਤ ਹੀ ਸੀਗੇ ਇਦਾਂ ਦੇ, ਲੋਕਾਂ ਦੀਆਂ ਗੱਲਾਂ ਵੀ ਸੁਣਨੀਆਂ ਪੈਂਦੀਆਂ ਸੀਗੀਆਂ। ਮਨ ਤੇ ਕਈਆਂ ਨਹੀਂ ਸਤਾ ਕੋਈ ਪਤਾ ਲੱਗਾ ਸੀਗਾ, ਮੂੰਹ ਤੇ ਤਾਂ ਕੋਈ ਨਹੀਂ ਕਹਿੰਦਾ ਹੁੰਦਾ। ਆ ਕੇ ਜਿਨ੍ਹਾਂ ਨਾਲ ਗੱਲਾਂ ਕਰਨੀਆਂ ਉਹੀ ਦੱਸਦਾ ਸੀ, ਕਹਿੰਦੇ ਇਹਦਾ ਤਾਂ ਦਿਮਾਗ ਹਿੱਲ ਗਿਆ ਲੱਗਦਾ ਹੈ, ਵੀ ਜੱਜ ਬਣਨਾ ਕਿਤੇ ਬੱਚਿਆਂ ਦਾ ਕੰਮ ਆ, ਕਿਤੇ ਖੇਲ ਆ। ਕਹਿੰਦੇ ਇਹਨੇ ਕੁੜੀ ਵੀ ਪਾਗਲ ਕਰ ਦੇਣੀ, ਆਪ ਤਾਂ ਲੱਗਦਾ ਪਾਗਲ ਹੋ ਗਿਆ ਹੈ। ਪੈਸੇ ਫੜ ਫੜ ਕੇ ਕਹਿੰਦੇ ਕਦੀ 20,000 ਕਿਸੇ ਕੋ ਪੜਦਾ ਹੈ, 10,000 ਕਿਸੇ ਕੋ ਪੜਦਾ ਹੈ, ਇਹ ਵਿਆਜ ਵੀ ਨਹੀਂ ਪੁੱਛਦਾ, 2% 4%। ਤੇ ਕਹਿੰਦੇ ਵੀ ਇਹਦਾ ਦਵਾਲਾ ਨਿਕਲਿਆ ਕਿ ਨਿਕਲਿਆ, ਲੈ ਵੀ ਇਹ ਤਾਂ ਨਹੀਂ ਬਚਦਾ ਹੁਣ। ਇਹ ਗੱਲਾਂ ਮੈਂ ਸੁਣਦਾ ਸੀ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਮੈਂ ਪਰਮਾਤਮਾ ਅੱਗੇ ਅਰਦਾਸ ਕਰਨੀ, ਸੱਚੇ ਪਾਤਸ਼ਾਹ ਤੂੰ ਹੀ ਲਾਜ ਰੱਖਣੀ ਹੈ ਤੇ ਤੂੰ ਹੀ ਲਾਜ ਰੱਖ। ਉਹ ਪਰਮਾਤਮਾ ਨੇ ਲਾਜ ਰੱਖੀ, ਔਰ ਬੇਟੀ ਨੂੰ ਇਹ ਗੱਲ ਕਹਿੰਦਾ ਸੀ, ਉਹਨੇ ਆਪਣੀ ਮਿਹਨਤ ਕੀਤੀ ਔਰ ਮਿਹਨਤ ਨੂੰ ਬੂਰ ਪਿਆ। ਮਤਲਬ ਕਿੰਨਾ ਕੁ ਮਤਲਬ ਕਰਜ਼ਾ ਚੁੱਕਣਾ ਪਿਆ? ਕਿਉਂਕਿ ਹੁਣ ਤਾਂ ਚਲੋ ਬੇਟੀ ਨੇ ਮਿਹਨਤ ਕੀਤੀ ਹੈ, ਹੁਣ ਤਾਂ ਸਾਰਾ ਕੁਝ ਪ੍ਰਮਾਤਮਾ ਨੇ ਕਿਰਪਾ ਕਰ ਦੇਣੀ ਹੈ। ਕਿੰਨਾ ਕੁ ਕਰਜ਼ਾ ਹੁਣ ਤੱਕ ਚੁੱਕ ਕੇ ਕੁੜੀ ਦੇ ਪੜਾਇਆ ਤੁਸੀਂ? ਨਹੀਂ ਪੜ੍ਹਾਈ ਦਾ ਤਾਂ ਇਦਾਂ ਵੀ, ਪੜ੍ਹਾਈ ਦੇ ਚਲੋ ਵੀ ਸਪੋਰਟ ਵੀ ਕੀਤੀ ਹੈ। ਜਿੱਦਾਂ ਮੇਰਾ ਭਤੀਜਾ ਇੱਕ ਕੈਨੇਡਾ 'ਚ ਆ, ਉਹਨੇ ਵੀ 2-3 ਮਹੀਨੇ ਮਤਲਬ ਇਦਾਂ ਕਦੀ ਕੋਈ ਥੋੜੇ ਬਹੁਤੇ ਭੇਜ ਦਿੰਦਾ ਸੀ, ਤੇ ਕਈ ਵਾਰੀ ਫਿਰ ਸਾਨੂੰ ਆਪ ਵੀ ਲੱਗਦਾ ਸੀ ਵੀ ਤੰਗ ਨਹੀਂ ਕਰਨਾ ਕਿਸੇ ਨੂੰ, ਜਾਂ ਮਤਲਬ ਕਿਸੇ ਕੋਲ ਬਾਰ-ਬਾਰ ਮੰਗਾਂਗੇ, ਆਪ ਹੀ ਚੰਗਾ ਨਹੀਂ ਲੱਗਦਾ ਸੀ। ਫਿਰ ਚੁੱਪ ਕਰਕੇ ਕਿ ਕੋਈ 20-30 ਪੜ੍ਹ ਦੇਣਾ। ਤੇ ਜਾਂ ਪਿੱਛੇ ਜੀ ਬੇਟੇ ਦਾ ਐਕਸੀਡੈਂਟ ਹੋ ਗਿਆ ਸੀਗਾ, ਉਹ ਵੀ ਕਾਫੀ ਵੱਡਾ ਐਕਸੀਡੈਂਟ ਹੋਇਆ ਸੀਗਾ, ਉਹ ਤੋਂ ਵੀ ਕਾਫੀ ਪੈਸੇ ਲੱਗੇ, ਔਰ ਉਦੋਂ ਵੀ ਉਹਨਾਂ ਨੇ ਮਦਦ ਕੀਤੀ। ਤਾਂ ਫਿਰ ਇਹ ਸੀ ਵੀ ਨਹੀਂ ਫੜ ਲਵੋ, ਉਹਨਾਂ ਨੂੰ ਤੰਗ ਨਹੀਂ ਕਰਨਾ। ਬਸ ਏਦਾਂ ਹੀ ਬਥੇਰਾ ਹੋ ਗਿਆ, ਹੌਲੀ ਹੌਲੀ ਕਰਦੇ ਵਿਆਜ ਨੂੰ ਵਿਆਜ ਪੈ ਗਿਆ ਤੇ 2.5-3 ਲੱਖ ਰੁਪਇਆ ਬਣ ਗਿਆ ਕਰਜ਼ਾ। ਲੱਗ ਬਣ ਗਿਆ। ਚਲੋ ਅਸੀਂ ਉਮੀਦ ਕਰਦੇ ਹਾਂ ਕਿ ਜਲਦੀ ਇਹ ਮਿਹਨਤ ਕਰਨ ਤੇ ਉਹ ਪਹਿਲਾ ਜਿਹੜਾ ਉਹ ਤੁਹਾਡੇ ਕਰਜ਼ਾ ਆ ਉਹ ਜ਼ਰੂਰ ਲਾਉਣ। ਤਾਂ ਜਸਮੀਤ, ਜਦੋਂ ਜਿਵੇਂ ਤੁਹਾਡੇ ਫਾਦਰ ਸਾਹਿਬ ਨੇ ਦੱਸਿਆ ਵੀ ਲੋਕ ਗੱਲਾਂ ਬਹੁਤ ਕਰਦੇ ਸੀਗੇ ਵੀ ਆਹ ਪਾਗਲ ਹੈ, ਕੁੜੀ ਨੂੰ ਪਾਗਲ ਕਰ ਦਊਗਾ, ਜਦੋਂ ਤੁਹਾਡੇ ਕੰਨਾਂ ਤੱਕ ਇਹੋ ਜਿਹੀਆਂ ਗੱਲਾਂ ਆਉਂਦੀਆਂ ਸੀ ਕੀ ਚੱਲਦਾ ਸੀ ਮਨ 'ਚ? ਕਿਉਂਕਿ ਸਟਰਗਲ ਬੜਾ ਲੰਬਾ ਹੁੰਦਾ ਇਹ ਵਾਲਾ।
ਮੈਂ ਨਾ ਮਤਲਬ ਬਚਪਨ 'ਚ ਇੱਕ ਕਹਾਣੀ ਸੁਣੀ ਸੀ ਕਿ ਕੋਈ ਮਤਲਬ ਪੰਛੀ ਸੀਗਾ, ਉਹ ਉੱਡਣਾ ਚਾਹੁੰਦਾ ਸੀ ਪਰ ਉੱਡ ਨਹੀਂ ਪਾ ਰਿਹਾ ਸੀ ਤੇ ਲੋਕੀ ਉਹਨੂੰ ਡੀਮੋਟੀਵੇਟ ਕਰ ਰਹੇ ਸੀ ਪਰ ਉਹਨੂੰ ਸੁਣਦਾ ਨਹੀਂ ਸੀ ਤੇ ਉਹਨੂੰ ਲੱਗਦਾ ਸੀ ਕਿ ਇਹ ਸਾਰੇ ਮੈਨੂੰ ਇਨਕਰੇਜ ਕਰ ਰਹੇ ਹੈ। ਤਾਂ ਬਸ ਜਦੋਂ ਇਦਾਂ ਦੀਆਂ ਗੱਲਾਂ ਮੇਰੇ ਕੰਨ 'ਚ ਪੈਂਦੀਆਂ ਸੀ ਤਾਂ ਮੈਂ ਬਿਲਕੁਲ ਹੀ ਬੋਲੀ ਹੋ ਜਾਂਦੀ ਸੀ ਕਿ ਮੈਨੂੰ ਨਹੀਂ ਸੁਣਦਾ ਕੁਝ, ਪਾਪਾ ਜਿਹੜੇ ਬੋਲਦੇ ਬੋਲਣ ਦੋ, ਕਿ ਮੈਨੂੰ ਪਤਾ ਮੈਂ ਕਰਨਾ ਹੈ ਤੇ ਮੈਨੂੰ ਆਪਣੇ ਤੇ ਭਰੋਸਾ ਵੀ ਹੈ ਕਿ ਮੈਂ ਕਰ ਲਾਂਗੀ, ਪਰਮਾਤਮਾ ਤੇ ਭਰੋਸਾ ਹੈ ਤਾਂ ਮੈਂ ਕਰਕੇ ਦਿਖਾਵਾਂਗੀ ਤੇ ਇਹਨਾਂ ਲੋਕਾਂ ਨੂੰ ਉਸ ਦਿਨ ਆਪੇ ਹੀ ਜਵਾਬ ਮਿਲ ਜਾਏਗਾ। ਅੱਛਾ, ਜਿਵੇਂ ਤੁਸੀਂ ਇੱਥੇ ਕਾਲਜ 'ਚ ਇਹ ਜਿਹੜੀ ਲਾਅ ਦੀ ਸਟੱਡੀ ਕੀਤੀ ਹੈ, ਇਹ ਵੀ ਮੈਨੂੰ ਲੱਗਦਾ ਕਾਫੀ ਮਹਿੰਗੀ ਹੁੰਦੀ ਆ, ਤਾਂ ਉਸ ਤੋਂ ਬਾਅਦ ਚੰਡੀਗੜ੍ਹ 'ਚ ਵੀ ਜਾ ਕੇ ਤੁਸੀਂ ਟ੍ਰੇਨਿੰਗ ਕੀਤੀ, ਫਿਰ ਕਿਵੇਂ ਉੱਥੇ ਤੁਸੀਂ ਕਿਵੇਂ ਮਤਲਬ ਉੱਥੇ ਰਹਿਣ ਸਹਿਣ ਜਾਂ ਕਿਵੇਂ ਤੁਸੀਂ ਕਰਦੇ ਸੀਗੇ? ਕਿਉਂਕਿ ਚੰਡੀਗੜ੍ਹ ਸ਼ਹਿਰ ਦੀ ਤਾਂ ਹਵਾ ਹੀ ਕਹਿੰਦੇ ਇਦਾਂ ਦੀ ਆ ਵੀ ਥੋੜਾ ਜਿਹਾ ਬੰਦੇ ਨੂੰ ਉੱਡਣਾ ਸਿਖਾ ਦਿੰਦੀ ਆ, ਤਾਂ ਉੱਥੇ ਫਿਰ ਕਿਵੇਂ ਤੁਸੀਂ ਪ੍ਰੈਕਟਿਸ ਕਰਦੇ ਸੀ, ਕਿਵੇਂ ਸਾਰਾ ਕੁਝ ਚੱਲਦਾ ਸੀ? ਚੰਡੀਗੜ੍ਹ 'ਚ ਤਾਂ ਜਿਵੇਂ ਮੈਂ 20 ਸੈਕਟਰ ਵਿੱਚ ਰਹਿੰਦੀ ਸੀ, ਜਿਹੜੇ ਸਰ ਕੋਚਿੰਗ ਦਿੰਦੇ ਸੀ, ਤਾਂ ਉਹ ਤੋਂ ਵਾਕਿੰਗ ਡਿਸਟੈਂਸ ਤੇ ਹੀ ਸਾਡਾ ਪੀਜੀ ਸੀਗਾ, ਤਾਂ ਮੈਂ ਕਦੀ 20 ਸੈਕਟਰ ਤੋਂ ਬਾਹਰ ਨਹੀਂ ਗਈ। ਮੈਨੂੰ ਨਹੀਂ ਪਤਾ 17 ਸੈਕਟਰ ਕਿੱਥੇ ਹੈ, ਮੈਨੂੰ ਨਹੀਂ ਪਤਾ 21 ਸੈਕਟਰ ਕਿੱਥੇ ਹੈ, ਤਾਂ ਬਸ ਉੱਥੋਂ ਪੀਜੀ ਤੋਂ ਲੈ ਕੇ ਸਰ ਦੇ ਆਫਿਸ ਤੱਕ ਉੱਥੋਂ ਦੀ ਉੱਥੇ, ਬਸ ਰਾਤ ਤੱਕ ਵੀ ਕਈ ਵਾਰ ਆਪਾਂ ਸਰ ਦੇ ਨਾਲ ਬਹਿ ਕੇ ਪੜ੍ਹਦੇ ਰਹਿਣਾ। ਤਾਂ ਬਾਕੀ ਰਹੀ ਗੱਲ ਗੁਜ਼ਾਰੇ ਦੀ, ਬਹੁਤ ਔਖਾ ਗੁਜ਼ਾਰਾ ਵੀ ਕੀਤਾ, ਵੀ ਥੋੜੀ ਸਬਜ਼ੀ ਬਣਾ ਕੇ 3 ਟਾਈਮ ਕੱਢਣਾ ਜਾਂ ਥੋੜੇ ਪੈਸਿਆਂ ਦੇ ਵਿੱਚ ਗੁਜ਼ਾਰਾ ਕਰਨਾ, ਜਿੱਥੋਂ ਹੋ ਸਕੇ ਉੱਥੋਂ ਬਚਾਉਣਾ, ਘਰਦਿਆਂ ਨੂੰ ਤੰਗ ਨਾ ਕਰਨਾ। ਤਾਂ ਮਤਲਬ ਉਹ ਹਾਲਾਤਾਂ ਵਿੱਚ ਰਹੀਆਂ, ਕਈ ਵਾਰ ਉੱਥੇ ਇਕੱਲੇ ਵੀ ਰੋਣਾ ਕਿਉਂਕਿ ਇਕੱਲੀ ਹੁੰਦੀ ਸੀ, ਪਰ ਕਿਸੇ ਨਾਲ ਸ਼ੇਅਰ ਨਹੀਂ ਕਰਨਾ ਕਿ ਘਰ ਦੇ ਟੈਨਸ਼ਨ ਲੈਣਗੇ। ਫਾਦਰ ਸਾਹਿਬ ਦੱਸ ਰਹੇ ਕਿ 3.5 ਲੱਖ ਰੁਪਈਆ ਕਰਜ਼ਾ ਹੈ, ਤਾਂ ਹੁਣ ਪਹਿਲੀ ਮੈਨੂੰ ਲੱਗਦਾ ਵੀ ਇਹੀ ਹੋਊਗਾ ਵੀ ਪਹਿਲਾਂ ਕਰਜ਼ਾ ਲਾਉਣਾ ਕਿਸੇ ਨਾ ਕਿਸੇ ਤਰੀਕੇ ਨਾਲ। ਬਿਲਕੁਲ ਬਿਲਕੁਲ, ਮਤਲਬ ਫਰਸਟ ਪ੍ਰਾਇੋਰਟੀ ਤਾਂ ਇਹੀ ਹੋਏਗੀ। ਤੇ ਜਿਵੇਂ ਮੈਂ ਆਪਣੇ ਸ਼ੌਂਕ ਮਾਰੇ ਆ, 2 ਦਿਨ ਥੋੜਾ ਟਾਈਮ ਹੋਰ ਮਾਰ ਲਾਂਗੀ, ਮੈਨੂੰ ਇਹ ਸਾਰੀ ਉਮਰ ਮੁੜ ਕੇ ਜੀਣਾ ਹੀ ਹੈ ਆਪਣੇ ਤਰੀਕੇ ਨਾਲ। ਕੋਈ ਗੱਲ ਨਹੀਂ ਕਿ ਮਾਂ ਪਿਓ ਲਈ ਕੁਝ ਕਰਨਾ ਸਭ ਤੋਂ ਮੇਰੀ ਜਿਹੜੀ ਇਹ ਪਹਿਲ ਹੋਏਗੀ। ਅੱਛਾ, ਇਹ ਮਾਤਾ ਜੀ ਨਾਲ ਨੇ, ਜ਼ਿਆਦਾ ਚਲੋ ਗੱਲ ਨਹੀਂ ਅਸੀਂ ਕਰਾਂਗੇ, ਪਰ ਜਿਵੇਂ ਬੇਟੀ ਕਹਿ ਰਹੀ, ਬੜੇ ਵੀ ਭਾਵੁਕ ਸ਼ਬਦ ਨੇ ਕਿ ਮੈਂ ਆਪਣੇ ਖੁਸ਼ੀਆਂ ਨੂੰ ਜਾਂ ਆਪਣੇ ਜਿਹੜੇ ਸ਼ੌਂਕ ਨੇ ਉਹਨਾਂ ਨੂੰ ਮਾਰ ਕੇ ਸਭ ਕੁਝ ਕੀਤਾ। ਤੁਸੀਂ ਹੁਣ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਕਿ ਕੁੜੀ ਨੇ ਇੰਨੇ ਸ਼ੌਂਕ ਮਾਰ ਕੇ ਤੁਹਾਡਾ ਸ਼ੌਂਕ ਪਕਾਤਾ? ਮੈਂ ਤਾਂ ਬਹੁਤ ਵਧੀਆ ਮਹਿਸੂਸ ਕਰ ਰਹੀ ਹਾਂ, ਮੈਨੂੰ ਆਪਣੀ ਬੇਟੀ ਤੇ ਬਹੁਤ ਮਾਣ ਹੈ। ਅੱਛਾ, ਮੈਂ ਜੇ ਗਲਤ ਨਾ ਹੋਵਾਂ ਤੇ ਇਹ ਕਿਤੇ ਮੈਂ ਸੁਣਿਆ ਸੀਗਾ ਜਾਂ ਮੈਂ ਕਿਤੇ ਪੜ੍ਹਿਆ ਹੈ ਕਿ ਜਦੋਂ ਜਸਮੀਤ ਹੋਈ ਤਾਂ ਕਹਿੰਦੇ ਪਰਿਵਾਰ ਵਾਲੇ ਰੋ ਪਏ ਕਿ ਕੁੜੀ ਹੋ ਗਈ ਸਾਡੇ 'ਚ, ਤਾਂ ਅੱਜ ਮੈਨੂੰ ਲੱਗਦਾ ਵੀ ਉਹ ਮਾਹੌਲ ਬਿਲਕੁਲ ਉਲਟ ਵਾਲਾ ਹੋ ਗਿਆ। ਹਾਂਜੀ ਹਾਂਜੀ, ਠੀਕ ਹੈ, ਤਾਂ ਜਸਮੀਤ ਅਖੀਰ ਦੇ ਵਿੱਚ ਮੈਂ ਇਹੀ ਪੁੱਛਣਾ ਚਾਹੂੰਗਾ ਕਿ ਹੁਣ ਜਿਹੜੇ ਜਿਹੜੇ ਸੁਪਨੇ ਤੁਸੀਂ ਮਾਰੇ ਸੀਗੇ, ਹੁਣ ਉਹ ਕਿਹੜੇ ਕਿਹੜੇ ਤੁਸੀਂ ਹੈਗੇ ਜਿਹੜੇ ਸੁਪਨੇ ਜਿਹੜੇ ਤੁਸੀਂ ਹੁਣ ਅੱਗੇ ਜਾ ਕੇ ਪੂਰੇ ਕਰੋਗੇ? ਮਤਲਬ ਉਹ ਸੁਪਨੇ ਜਿਹੜੇ ਮਾਰੇ ਉਹ ਤਾਂ ਮਾਰ ਹੀ ਗਏ ਟਾਈਮ ਨਾਲ, ਕਿਉਂਕਿ ਉਦੋਂ ਕੁੜੀਆਂ ਦੀ ਏਜ ਕੀ ਹੁੰਦੀ 22-23 ਸਾਲ, ਅੱਛਾ ਪਾਣਾ ਘੁੰਮਣਾ। ਤਾਂ ਉਹ ਟਾਈਮ ਦੇ ਵਿੱਚ ਜਦੋਂ ਕੁੜੀਆਂ ਬਾਹਰ ਐਸ਼ਾ ਕਰਦੀਆਂ, ਮੈਂ ਇੱਕ ਕਮਰੇ 'ਚ ਬੰਦ ਕਰਕੇ ਆਪਣੇ ਆਪ ਨੂੰ ਪੜ੍ਹੀ ਹਾਂ। ਤਾਂ ਹੁਣ ਜਿਵੇਂ ਮੇਰੇ ਵਿੱਚ ਮੈਨੂੰ ਖੁਦ ਨੂੰ ਲੱਗਦਾ ਕਿ ਇੰਨੀ ਮੈਚੁਰਿਟੀ ਆ ਗਈ ਹੈ ਕਿ ਉਹ ਉਹਨਾਂ ਦਾ ਹੁਣ ਕੋਈ ਮਕਸਦ ਹੀ ਨਹੀਂ ਰਹਿ ਗਿਆ। ਹੁਣ ਤਾਂ ਮੇਰੇ ਆਪਣੇ ਅੰਦਰ ਇਹ ਚੀਜ਼ ਰਹਿ ਗਈ ਹੈ ਕਿ ਮੈਂ ਮਤਲਬ ਜਿਨ੍ਹਾਂ ਹਾਲਾਤਾਂ ਵਿੱਚ ਮੈਂ ਪੜ੍ਹੀ, ਕੋਈ ਹੋਰ ਬੱਚਾ ਅਗਰ ਮੈਨੂੰ ਮਿਲੇ, ਮੈਂ ਕਿਸੇ ਦੀ ਹੈਲਪ ਕਰ ਸਕਾਂ ਕਿ ਜਿਵੇਂ ਮੈਂ ਇਸ ਮੁਕਾਮ ਤੱਕ ਪਹੁੰਚੀ ਹਾਂ ਐਵੇਂ ਕੋਈ ਹੋਰ ਵੀ ਪਹੁੰਚ ਸਕੇ। ਬਸ ਮੇਰਾ ਮਤਲਬ ਇਹੀ ਸੁਪਨਾ ਜਿਹੜਾ ਮੈਂ ਪੂਰਾ ਕਰਨਾ ਚਾਹਾਂਗੀ, ਗਰੀਬਾਂ ਦਾ ਸਹਾਰਾ ਬਣ ਸਕਾਂ। ਥੋੜਾ ਜਿਹਾ ਐਕਸਪਲੇਨ ਕਰ ਸਕਦੇ ਹੋ ਕਿ ਕਿੱਦਾਂ ਦੇ ਹਾਲਾਤ? ਕਿਉਂਕਿ ਮੈਂ ਤਾਂ ਕਰਕੇ ਪੁੱਛ ਰਿਹਾ ਕਿ ਕਈ ਵਾਰੀ ਇਨਸਾਨ ਦੇ ਉੱਪਰ ਛੋਟੀਆਂ-ਛੋਟੀਆਂ ਮੁਸ਼ਕਲਾਂ ਆਉਂਦੀਆਂ ਤੇ ਉਹ ਵੱਡੇ-ਵੱਡੇ ਕਦਮ ਚੁੱਕ ਲੈਂਦਾ, ਪਰ ਤੁਸੀਂ ਬੜੇ ਲੋਅਰ ਲੈਵਲ ਤੋਂ ਉੱਠ ਕੇ ਇਸ ਮੁਕਾਮ ਦੇ ਉੱਪਰ ਪਹੁੰਚੇ ਹੋ। ਜ਼ਰੂਰ ਮੈਂ ਕੋਈ ਨਾ ਕੋਈ ਗੱਲ ਤੁਹਾਡੇ ਕੋਲ ਸੁਣਨੀ ਚਾਹੂੰਗਾ ਜਿਹਨੂੰ ਸੁਣ ਕੇ ਲੋਕ ਉਹਨਾਂ ਨੂੰ ਇੰਸਪਾਇਰ ਹੋਵੇ ਕਿ ਇਹ ਲੜਕੀ ਨੇ ਇਹ ਕੁਝ ਕੀਤਾ ਤੇ ਅਸੀਂ ਵੀ ਕਿਉਂ ਨਹੀਂ ਕਰ ਸਕਦੇ। ਪਹਿਲੀ ਗੱਲ ਜੋ ਸੀਗੀ ਉਹ ਇਹ ਸੀ ਕਿ ਮੈਂ ਕਦੇ ਮਤਲਬ ਪੜ੍ਹਾਈ ਜਾਂ ਮਿਹਨਤ ਉਹ ਨਹੀਂ ਛੱਡਦੀ। ਮਤਲਬ ਚਾਹੇ ਘਰ ਵਿੱਚ ਏਦਾਂ ਲੱਗਦਾ ਸੀਗਾ ਕਿ ਮਤਲਬ ਜੋ ਵੀ ਸਿਚੁਏਸ਼ਨ ਹੈ ਵੀ ਮਤਲਬ ਰਾਸ਼ਨ ਕਿੱਥੋਂ ਆਉਣਾ ਹੈ, ਇੱਦਾਂ ਦੇ ਹਾਲਾਤ ਵੀ ਰਹੇ ਹੈ, ਪਰ ਮੈਂ ਉਹਨਾਂ ਸਮਿਆਂ ਵਿੱਚ ਵੀ ਹਿੰਮਤ ਨਹੀਂ ਹਾਰੀ ਕਿ ਮੈਂ ਕਿਤੇ 8,000 ਤੇ 10,000 ਤੇ ਮਤਲਬ ਮੈਨੂੰ ਪਾਪਾ ਨੇ ਕਦੇ ਕੰਮ ਕਰਨ ਹੀ ਨਹੀਂ ਦਿੱਤਾ। ਪੁੱਤਰ ਤੇਰੇ 'ਚ ਕੈਪੇਬਿਲਿਟੀ ਹੈ ਕਿ ਮੈਂ ਤੈਨੂੰ ਉਸੇ ਕੁਰਸੀ ਤੇ ਦੇਖਣਾ ਚਾਹੁੰਦਾ ਵੀ ਤੂੰ ਜੱਜ ਬਣਨਾ ਹੈ। ਤੇ ਜਦੋਂ ਪਾਪਾ ਕਹਿੰਦੇ ਸੀਗੇ ਕਿ ਮੇਰੇ ਜਿੰਦੇ 'ਚ ਜੱਜ ਬਣ ਜਾਏਗੀ, ਤਾਂ ਉਹ ਚੀਜ਼ ਮੈਨੂੰ ਸਭ ਤੋਂ ਜ਼ਿਆਦਾ ਹੁੰਦੀ ਸੀ ਕਿ ਕਿਤੇ ਟੈਨਸ਼ਨ 'ਚ ਪਾਪਾ ਨੂੰ ਕੁਛ ਨਾ ਹੋ ਜਾਏ। ਤਾਂ ਬਸ ਹੌਲੀ ਹੌਲੀ ਬਹੁਤ ਸਾਰੇ ਇਦਾਂ ਦੇ ਇੰਸੀਡੈਂਟ ਸੀ ਜਿਹੜੇ ਮੈਨੂੰ ਟਾਈਮ ਟੂ ਟਾਈਮ ਇੰਸਪਾਇਰ ਕਰਦੇ ਰਹੇ ਤੇ ਮੈਨੂੰ ਮੋਟੀਵੇਟ ਕਰਦੇ ਰਹੇ। ਇਹ ਜਿਹਾ ਵਕਤ ਆਇਆ ਹੋਵੇ ਨਾਲ ਕਿ ਤੁਸੀਂ ਸੋਚਿਆ ਮੈਂ ਪਾਰਟ ਟਾਈਮ ਜੌਬ ਕਰਾਂ, ਥੋੜਾ ਬਹੁਤਾ ਘਰ 'ਚ ਮਤਲਬ ਸਾਥ ਦੇਵਾਂ, ਪਾਪਾ ਦਾ ਸਾਥ ਦੇਵਾਂ ਜਾਂ ਆਪਣੀ ਪੜ੍ਹਾਈ ਦਾ ਖਰਚਾ ਆਪ ਚੁੱਕ ਲਾਂ? ਕਦੀ ਇਹੋ ਜਿਹਾ ਵਕਤ ਆਇਆ ਵੀ ਸੋਚਿਆ ਵੀ ਮੈਂ ਪੜ੍ਹਾਈ ਦੇ ਨਾਲ ਨਾਲ ਕੋਈ ਪਾਰਟ ਟਾਈਮ ਜੌਬ ਕਰ ਲਾਂ? ਇੱਕ ਵਾਰ ਨਹੀਂ, ਇਹੋ ਜਿਹਾ ਸਮਾਂ ਤਾਂ ਬਹੁਤ ਵਾਰ ਆਇਆ ਕਿਉਂਕਿ ਕਰੋਨਾ 'ਚ ਵੀ ਟਾਈਮ ਬੰਦ ਸੀ। ਤਾਂ ਜਦੋਂ ਮੈਂ ਚੰਡੀਗੜ੍ਹ ਰਹਿੰਦੀ ਸੀ ਉੱਥੇ ਮੈਂ ਸਰ ਨਾਲ ਸ਼ੇਅਰ ਕਰਨੀ, ਸਰ ਨੇ ਕਹਿਣਾ ਕਿ ਮੈਂ ਬੈਠਾ ਵੀ ਜਿਹੜੀ ਲੋੜ ਹੈ ਤੂੰ ਮੈਨੂੰ ਦੱਸ। ਈਵਨ ਕਿ ਮੇਰੀ ਸਿਸਟਰ ਤੇ ਮੇਰੇ ਜੀਜੂ ਨੇ ਉਹਨਾਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਫਾਈਨੈਂਸ਼ਲੀ ਵੀ ਕਿ ਤੈਨੂੰ ਲੋੜ ਹੈ ਤੂੰ ਸਾਨੂੰ ਦੱਸ। ਪਰ ਸਭ ਦਾ ਜਿਹੜਾ ਜ਼ੋਰ ਸੀ ਨਾ ਉਹ ਪੂਰਾ ਲੱਗਾ ਹੋਇਆ ਸੀ ਕਿ ਮੈਨੂੰ ਜੱਜ ਬਣਾਉਣ ਤੇ। ਤਾਂ ਕਿਸੇ ਨੇ ਕਦੇ ਮੈਨੂੰ ਕਿਤੇ ਪਾਰਟ ਟਾਈਮ ਜੋਬ ਲਈ ਇੰਟਰਵਿਊ ਦੇਣ ਜਾਣ ਹੀ ਨਹੀਂ ਦਿੱਤਾ। ਤਾਂ ਕਰਕੇ ਫਿਰ ਮੈਨੂੰ ਸੀਗਾ ਕਿ ਜੇ ਸਾਰੇ ਇੰਨਾ ਕਰ ਰਹੇ ਆ ਤਾਂ ਫਿਰ ਮੇਰੇ ਪ੍ਰਤੀ ਇਹੀ ਕੰਮ ਹੈ ਕਿ ਮੈਂ ਪੜ੍ਹਾਂ ਤੇ ਮੈਂ ਪੜ੍ਹਨਾ ਹੈ ਬਸ। ਜਿਹੜੇ ਉਦੋਂ ਪਾਪਾ ਨੂੰ ਗੱਲਾਂ ਕਰਦੇ ਸੀਗੇ ਵੀ
ਜਿਹੜੇ ਕਹਿੰਦੇ ਸੀ ਕੁੜੀ ਤੇ ਪੈਸਾ ਲਾਈ ਜਾਂਦਾ ਜਾਂ ਇਦਾਂ ਨਹੀਂ ਹੋ ਸਕਦਾ, ਕਿਉਂਕਿ ਬੱਚਿਆਂ ਵਾਲੀ ਗੱਲ ਨਹੀਂ ਜਿਵੇਂ ਦੱਸਿਆ ਇਹਨਾਂ ਨੇ, ਤਾਂ ਅੱਜ ਉਹ ਫਿਰ ਆਏ ਵਧਾਈਆਂ ਦੇਣ ਲਈ। ਵਧਾਈਆਂ ਤਾਂ ਸਭ ਦੀ ਆਈ ਹੈ, ਬਾਕੀ ਇਹ ਤਾਂ ਪਾਪਾ ਨੂੰ ਪਤਾ ਵੀ ਕਿੰਨਾ ਲੋਕਾਂ ਨੇ ਗੱਲਾਂ ਸੁਣਾਈਆਂ, ਮੈਂ ਤਾਂ ਉਹ ਗੱਲਾਂ ਸੁਣੀਆਂ ਹੀ ਨਹੀਂ, ਆਪਣੇ ਕੰਨਾਂ ਤੱਕ ਪੈਣ ਹੀ ਨਹੀਂ ਦਿੱਤੀਆਂ। ਤਾਂ ਬਾਕੀ ਵਧਾਈਆਂ ਤਾਂ ਬਹੁਤ ਦੂਰੋਂ ਦੂਰੋਂ ਵੀ ਆ ਰਹੀਆਂ ਨੇ, ਬਹੁਤ ਅੱਛਾ ਲੱਗ ਰਿਹਾ, ਵਧੀਆ ਲੱਗ ਰਿਹਾ। ਠੀਕ ਹੈ, ਧੰਨਵਾਦ, ਤੁਸੀਂ ਸਮਾਂ ਦਿੱਤਾ। ਤਾਂ ਇਹ ਮਾਪਿਓ ਦੀ ਮਿਹਨਤ ਹੁੰਦੀ ਹੈ। ਅੱਜ ਮਾਣ ਮਹਿਸੂਸ ਕਰ ਰਹੇ ਨੇ ਕਿ ਭਾਵੇਂ ਕਰਜ਼ਾ ਚੁੱਕ ਕੇ ਉਹਨਾਂ ਨੇ ਕੁੜੀ ਨੂੰ ਪੜ੍ਹਾਇਆ, ਟ੍ਰੇਨਿੰਗ ਦਵਾਈ, ਪਰ ਅੱਜ ਉਹ ਕੁੜੀ ਨੇ ਮਿਹਨਤ ਕਰਕੇ ਜਿਹੜੇ ਸੁਪਨੇ ਮਾਪਿਓ ਦੇ ਸੀਗੇ ਉਹਨਾਂ ਨੂੰ ਸਾਕਾਰ ਕੀਤਾ ਹੈ। ਤਾਂ ਸਾਨੂੰ ਵੀ ਲੋੜ ਹੈ ਇਨਸਪਾਇਰ ਹੋਣ ਦੀ ਕਿ ਛੋਟੇ ਘਰਾਂ ਚੋਂ ਉੱਠ ਕੇ ਲੋਕ ਬਿਨਾਂ ਪੈਸੇ ਦੇ ਮਿਹਨਤ ਕਰਕੇ, ਜਿੱਥੋਂ ਮਰਜ਼ੀ, ਜਿਵੇਂ ਇਹਨਾਂ ਨੇ ਪੈਸੇ ਲਿਆਂਦੇ ਇਹਨਾਂ ਦੇ ਫਾਦਰ ਸਾਹਿਬ ਨੇ, ਪਰ ਅੱਜ ਜਿਹੜੀ ਇਹਨਾਂ ਨੇ ਸਫਲਤਾ ਹਾਸਲ ਕੀਤੀ ਹੈ ਉਸ ਤੋਂ ਬਾਅਦ ਸਾਰੀਆਂ ਚੀਜ਼ਾਂ ਪਿੱਛੇ ਰਹਿ ਜਾਂਦੀਆਂ ਨੇ। ਜੋ ਕਰਜ਼ਾ ਹੈ ਉਹ ਹੌਲੀ ਹੌਲੀ ਲੱਥ ਜਾਊਗਾ, ਪਰ ਜੋ ਇਨਸਪਾਇਰਿੰਗ ਚੀਜ਼ ਹੈ, ਜਿਹੜੀ ਚੀਜ਼ ਸਿੱਖਣ ਵਾਲੀ ਹੈ, ਉਹ ਸਾਨੂੰ ਜ਼ਰੂਰ ਸਿੱਖਣੀ ਚਾਹੀਦੀ ਹੈ। ਅਸੀਂ ਛੋਟੀਆਂ-ਛੋਟੀਆਂ ਚੀਜ਼ਾਂ ਤੋਂ ਜ਼ਿੰਦਗੀ ਨਾਲੋਂ ਨਾਰਾਜ਼ ਹੋ ਜਾਂਦੇ ਹਾਂ, ਜੋ ਕਿ ਨਹੀਂ ਹੋਣਾ ਚਾਹੀਦਾ। ਕੈਮਰਾਮੈਨ ਗੁਲਸ਼ਨ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਜਲੰਧਰ।